ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ। ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੁਕੰਦ ਮੁਕੰਦ ਜਪਹੁ ਸੰਸਾਰ। ਬਿਨ ਮੁਕੰਦ ਤਨ ਹੋਇ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ। ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ। ਤਾਕੇ ਸੇਵਕ ਕੋ ਸਦਾ ਆਨੰਦੇ ਰਹਾਉ। ਮੁਕੰਦ ਮੁਕੰਦ ਹਮਾਰੇ ਪ੍ਰਾਨੰ। ਜਪ ਮੁਕੰਦ ਮਸਤਕ ਨੀਸ਼ਾਨੰ। ਸੇਵ ਮੁਕੰਦ ਕਰੈ ਬੈਰਾਗੀ। ਸੋਈ ਮੁਕੰਦ ਦੁਰਬਲ ਧਨ ਲਾਧੀ। ਏਕ ਮੁਕੰਦ ਕਰੈ ਉਪਕਾਰ। ਹਮਰਾ ਕਹਾ ਕਰੈ ਸੰਸਾਰ। ਮੇਟੀ ਜਾਤ ਹੁਏ ਦਰਬਾਰ। ਤੁਹੀਂ ਮੁਕੰਦ ਜੋਗ ਜੁਗ ਤਾਰ। ਉਪਜਿਉ ਗਿਆਨ ਹੁਆ ਪ੍ਰਗਾਸ। ਕਰ ਕਿਰਪਾਲ ਲੀਨੇ ਕੀਟ ਦਾਸ। ਉਪਜਿਉ ਗਿਆਨ ਹੁਆ ਪ੍ਰਗਾਸ। ਕਰ ਕਿਰਪਾ ਲੀਨੇ ਕੀਟ ਦਾਸ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੂਕੀ। ਜਪ ਮੁਕੰਦ ਸੇਵਾ ਤਾਹੂ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਅਦਬ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਅਤੇ ਗੁਰਬਾਣੀ ਦੇ ਪਾਠ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 875 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਦਾ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਪਾਠ ਸ਼ਰਵਣ ਕੀਤਾ ਹੈ। ਇਹ ਦੋ ਸ਼ਬਦਾਂ ਦਾ ਸੰਗ੍ਰਹਿ ਰਾਗ ਗੋਂਡ ਦੇ ਵਿੱਚ ਦਰਜ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਦੋਵੇਂ ਸ਼ਬਦ ਦਾ ਸਿਰਲੇਖ ਹੈ ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ। ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਬਾਣੀ ਹੈ। ਦੋ ਸ਼ਬਦਾਂ ਦਾ ਸੰਗ੍ਰਹਿ ਹੈ। ਰਾਗ ਗੋਂਡ ਦੇ ਵਿੱਚ ਘਰ ਦੂਜਾ। ਘਰ ਤੋਂ ਭਾਵ ਸਵਰ ਦੇ ਨਾਲ ਤੇ ਤਾਲ ਨਾਲ ਸੰਬੰਧਿਤ ਹੈ। ਇਹ ਸੰਗੀਤ ਨਾਲ ਜੁੜੀ ਹੋਈ ਸਤਿਗੁਰੂ ਦੀ ਪ੍ਰੇਰਣਾ ਹੈ ਕਿ ਇਸ ਨੂੰ ਦੂਜੇ ਘਰ ਵਿੱਚ ਗਾਉਣਾ ਹੈ। ਰਾਗ ਗੋਂਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਸਮੁੱਚੀ ਬਾਣੀ ਵਿੱਚ 1 ਤੋਂ ਲੈ ਕੇ 17 ਤੱਕ ਘਰਾਂ ਦਾ ਜ਼ਿਕਰ ਹੈ। ਜਿਵੇਂ ਅਸੀਂ ਪੜਤਾਲ ਜਾਂ ਹੋਰ ਰਾਗ ਦੀਆਂ ਹਦਾਇਤਾਂ ਮਹਾਰਾਜ ਦੀਆਂ ਅਕਸਰ ਹੀ ਸਿਰਲੇਖ ਵਿੱਚ ਪੜ੍ਹਦੇ ਹਾਂ। ਮਿਸ਼ਰਤ ਰਾਗਾਂ ਦਾ ਵੀ ਜ਼ਿਕਰ ਆਉਂਦਾ ਹੈ, 2 ਰਾਗਾਂ ਨੂੰ ਰਲਾ ਕੇ ਗਾਉਣਾ। ਇਹ ਸਾਰਾ ਕੁਝ ਸੰਗੀਤ ਨਾਲ ਸੰਬੰਧਿਤ ਹੈ, ਜਿਸ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਮੰਗਲਾਚਰਨ ਦਰਜ ਹੈ। ਉਹ ਪਰਮੇਸ਼ਰ ਪ੍ਰਭੂ ਇੱਕ ਹੈ, ਇੱਕ ਰਸ ਸਾਰੀ ਕਾਇਨਾਤ ਵਿੱਚ ਵਿਆਪਕ ਹੈ। ਉਸ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੇ ਪ੍ਰਸਾਦ ਕਿਰਪਾ ਬਖਸ਼ਿਸ਼ ਨਾਲ ਉਸ ਦੀ ਸੋਝੀ ਜੀਵ ਨੂੰ ਹੁੰਦੀ ਹੈ।
ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ, ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕਉ ਸਦਾ ਆਨੰਦੇ। ਪਰਮੇਸ਼ਰ ਦੇ ਸੇਵਕ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਗੁਰਬਾਣੀ ਵਿੱਚ ਆਨੰਦ ਇੱਕ ਪੂਰਨ ਵਿਕਾਸ ਦੀ, ਉਤਸ਼ਾਹ ਭਰੀ, ਚੜ੍ਹਦੀ ਕਲਾ ਵਾਲੀ ਅਵਸਥਾ ਹੈ, ਜਿਸ ਨੂੰ ਸਤਿਗੁਰੂ ਆਨੰਦ ਆਖਦੇ ਹਨ। ਇੱਕ ਹੁੰਦਾ ਹੈ ਵਕਤੀ ਖੁਸ਼ੀ ਹੋਣੀ। ਐਸਾ ਨਹੀਂ ਵੀ ਅਸੀਂ ਖੁਸ਼ ਨਹੀਂ ਹੁੰਦੇ, ਜਾਂ ਸਾਡੇ ਅੰਦਰ ਉਤਸ਼ਾਹ ਨਹੀਂ ਹੁੰਦਾ, ਜਾਂ ਸਾਡੇ ਅੰਦਰ ਚੜ੍ਹਦੀ ਕਲਾ ਦੀ ਭਾਵਨਾ ਨਹੀਂ ਹੁੰਦੀ। ਪਰ ਸਾਡੀ ਜਿਹੜੀ ਖੁਸ਼ੀ ਹੈ ਜਾਂ ਸਾਡਾ ਜਿਹੜਾ ਉਤਸ਼ਾਹ ਹੈ, ਉਹ ਇੱਕ ਲਿਮਟ ਵਿੱਚ ਹੈ। ਅਤੇ ਕਈ ਵਾਰ ਉਹ ਅਗਲੇ ਹੀ ਪਲ ਜਿਹੜਾ ਹੈ, ਹੁਣ ਦਾ ਉਤਸ਼ਾਹ ਵਿੱਚ ਮਨੁੱਖ ਜਿਹੜਾ ਅਗਲੇ ਹੀ ਪਲ ਮਾਯੂਸ ਅਤੇ ਉਦਾਸ ਹੋ ਜਾਂਦਾ ਹੈ। ਜਾਂ ਹੁਣ ਦੀ ਜਿਹੜੀ ਖੁਸ਼ੀ ਹੈ, ਉਹ ਘੜੀ ਜਾਂ ਪਲ ਨੂੰ ਜਾਂ ਥੋੜ੍ਹੇ ਵਕਤ ਨੂੰ ਉਹ ਆਟੋਮੈਟਿਕਲੀ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ। ਉਸ ਦਾ ਮੂਲ ਕਾਰਨ ਇਹ ਹੈ ਵੀ ਹੁਣ ਅਸੀਂ ਜਿਹੜੀ ਚੀਜ਼ ਤੋਂ ਖੁਸ਼ ਹਾਂ, ਉਸ ਚੀਜ਼ ਦਾ ਜਦੋਂ ਸਾਈਡ ਇਫੈਕਟ ਸਾਡੇ ਉੱਤੇ ਪੈਂਦਾ ਹੈ ਜਾਂ ਉਹਦਾ ਕੋਈ ਨੁਕਸਾਨਦਾਇਕ ਪ੍ਰਭਾਵ ਪੈਂਦਾ ਹੈ, ਤਾਂ ਉਹੀ ਚੀਜ਼ ਸਾਨੂੰ ਦੁੱਖ ਦੇਣ ਵਾਲੀ ਪ੍ਰਤੀਤ ਹੁੰਦੀ, ਮਹਿਸੂਸ ਹੁੰਦੀ ਹੈ। ਜਿਹੜੀ ਚੀਜ਼ ਖੁਸ਼ੀ ਦੇ ਰਹੀ ਸੀ, ਉਹੀ ਦੁੱਖ ਦੇਣ ਲੱਗ ਜਾਂਦੀ। ਇਸੇ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਕੀਤਾ ਵੀ ਸੁਖ ਮੰਗਤ ਦੁੱਖ ਆਗੇ ਆਵੈ। ਇਹ ਸੁਖ ਮੰਗਦੇ ਹਾਂ ਪਰ ਅੱਗੇ ਦੁੱਖ ਆ ਜਾਂਦਾ। ਉਹ ਸੁਖ ਦਾ ਅਗਲਾ ਪੜਾਅ ਦੁੱਖ ਹੈ। ਇਸ ਕਰਕੇ ਸਾਡੀ ਖੁਸ਼ੀ, ਸਾਡਾ ਉਤਸ਼ਾਹ ਸਦਾ ਬਣਿਆ ਨਹੀਂ ਰਹਿੰਦਾ। ਅਸੀਂ ਇੱਕ ਉਤਰਾਅ ਚੜ੍ਹਾਅ ਵਿੱਚੋਂ ਗੁਜ਼ਰਦੇ ਹਾਂ। ਉਸ ਉਤਰਾਅ ਚੜ੍ਹਾਅ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਅਸੀਂ ਕਾਮਨਾ ਇਹ ਕਰਦੇ ਹਾਂ ਵੀ ਦੁੱਖ ਨਾ ਹੋਵੇ, ਤਕਲੀਫ ਨਾ ਹੋਵੇ, ਸਭ ਕੁਝ ਮਿਲਦਾ ਜਾਏ, ਮੇਰੇ ਹੱਥੋਂ ਕੁਝ ਨਾ ਗਵਾਚੇ। ਇਹ ਐਸੀ ਕਾਮਨਾ, ਯਾਨੀ ਕਿ ਕੋਈ ਵੀ ਨੁਕਸਾਨ ਵਾਲੀ ਚੀਜ਼ ਜਿਹਨੂੰ ਅਸੀਂ ਨੁਕਸਾਨ ਸਮਝਦੇ, ਉਹ ਨਹੀਂ ਹੋਣੀ ਚਾਹੀਦੀ। ਉਹਦੇ ਲਈ ਸਪੇਸ ਹੀ ਨਹੀਂ ਹੈ ਸਾਡੇ ਮਨ 'ਚ। ਸਾਡੇ ਮਨ ਵਿੱਚ ਇੱਕੋ ਹੀ ਖਿਆਲ ਹੈ ਵੀ ਹੋਣਾ ਚਾਹੀਦਾ। ਜੋ ਅਸੀਂ ਸੋਚਿਆ ਉਹ ਹੋ ਰਿਹਾ ਤੇ ਖੁਸ਼ੀ ਹੈ। ਜੇ ਸਾਡੀ ਸੋਚ ਸਾਡੇ ਮਿੱਥੇ ਹੋਏ ਤੋਂ ਉਲਟ ਹੋ ਰਿਹਾ ਤਾਂ ਫਿਰ ਦੁੱਖ ਹੈ, ਤਕਲੀਫ ਹੈ। ਇਸ ਲਈ ਸਾਡੇ ਦੁੱਖ ਦਾ ਜਿਹੜਾ ਪੈਮਾਨਾ ਹੈ ਉਹ ਆਪਣਾ ਹੈ। ਸਾਡੀ ਖੁਸ਼ੀ ਦਾ ਪੈਮਾਨਾ ਵੀ ਸਾਡਾ ਆਪਣਾ ਹੈ। ਉਹਦੇ ਹਿਸਾਬ ਨਾਲ ਅਸੀਂ ਦੁੱਖ ਦੀ ਮਿਕਦਾਰ ਤੈਅ ਕਰਦੇ ਹਾਂ। ਹੁਣ ਗਰੀਬ ਨਵਾਜ਼ ਨੇ ਬਾਣੀ ਦੇ ਵਿੱਚ ਜਿਸ ਨੂੰ ਆਨੰਦ ਆਖਿਆ, ਉਹ ਆਨੰਦ ਐਸੀ ਕੋਈ ਵਕਤੀ ਕਿਸੇ ਵਸਤੂ ਨਾਲ ਜੁੜੀ ਹੋਈ ਚੀਜ਼ ਨਹੀਂ ਹੈ। ਉਹ ਮਨੋ ਅਵਸਥਾ ਜਿਹੜੀ ਹੈ, ਉਹ ਨਫੇ ਤੇ ਨੁਕਸਾਨ ਨੂੰ ਬੈਲੈਂਸ ਸਮਝ ਕੇ ਦੋਵਾਂ ਨੂੰ ਇੱਕੇ ਸਿੱਕੇ ਦੇ ਦੋ ਪਹਿਲੂ ਸਮਝਦੀ ਹੈ। ਵੀ ਨਫਾ ਤੇ ਨੁਕਸਾਨ ਇੱਕੇ ਸਿੱਕੇ ਦੇ ਦੋ ਪਹਿਲੂ ਨੇ। ਉਸਤਤ ਤੇ ਨਿੰਦਾ ਇੱਕੇ ਸਿੱਕੇ ਦੇ ਦੋ ਪਹਿਲੂ ਨੇ। ਜੰਮਣਾ ਤੇ ਮਰਨਾ ਇੱਕੇ ਸਿੱਕੇ ਦੇ ਦੋ ਪਹਿਲੂ ਨੇ। ਮਿਲਣਾ ਤੇ ਵਿਛੜ ਜਾਣਾ ਇੱਕੇ ਸਿੱਕੇ ਦੇ ਦੋ ਪਹਿਲੂ ਨੇ। ਇਸ ਕਰਕੇ ਉਸ ਆਨੰਦ ਦੀ ਅਵਸਥਾ ਨੂੰ ਫਰਕ ਕੋਈ ਨਹੀਂ ਪੈਂਦਾ ਵੀ ਜਿਸ ਵੇਲੇ ਕੁਝ ਮਿਲਦਾ ਹੈ ਤਾਂ ਵੀ ਉਹ ਸਟੇਬਲ ਹੈ, ਜਦੋਂ ਚਲਿਆ ਜਾਂਦਾ ਤਾਂ ਵੀ ਉਹ ਸਟੇਬਲ ਹੈ, ਟਿਕਾਊ ਹੈ। ਕੋਈ ਉਸਤਤ ਕਰ ਰਿਹਾ ਤਾਂ ਵੀ ਉਹ ਸਟੇਬਲ ਹੈ, ਟਿਕਾ ਦੇ ਵਿੱਚ ਹੈ। ਤੇ ਕੋਈ ਨਿੰਦਾ ਕਰ ਰਿਹਾ ਤੇ ਤਾਂ ਵੀ ਉਹ ਟਿਕਾਊ ਦੇ। ਉਹਨੂੰ ਪਤਾ ਹੈ ਕਿ ਇਹ ਪੋਸੀਬਲ ਹੈ, ਇਸ ਤਰ੍ਹਾਂ ਹੋ ਸਕਦਾ ਹੈ। ਜੇ ਮਿਲਿਆ ਕੁਝ ਤਾਂ ਵੀ, ਜੇ ਚਲਾ ਗਿਆ ਤੇ ਤਾਂ ਵੀ ਉਹਨੂੰ ਇਹ ਸਾਰੀ ਖੇਡ ਦਾ ਇਲਮ ਹੈ। ਇਸ ਖੇਡ ਦੀ ਗਹਿਰਾਈ ਤੋਂ ਜਾਣੂ ਹੈ। ਇਸੇ ਨੂੰ ਹੀ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਸ ਨੂੰ ਪੰਚਮ ਗੁਰੂਦੇਵ ਅਬਿਨਾਸ਼ੀ ਖੇਮ ਚਾਹੈ ਜੇ, ਨਾਨਕ ਸਦਾ ਸਿਮਰ ਨਾਰਾਇਣ ਲਿਖਦੇ ਨੇ। ਖੇਮ ਦਾ ਅਰਥ ਖੁਸ਼ੀ ਹੁੰਦਾ ਹੈ। ਅਬਿਨਾਸ਼ੀ ਸ਼ਬਦ ਜਦੋਂ ਜੁੜ ਜਾਂਦਾ ਤੇ ਮਤਲਬ ਅਨਲਿਮਟਿਡ, ਜਿਸ ਦੀ ਹੱਦ ਕੋਈ ਨਹੀਂ, ਲਿਮਟ ਕੋਈ ਨਹੀਂ, ਜਿਸ ਦੇ ਖਤਮ ਹੋਣ ਦੇ ਆਸਾਰ ਹੀ ਨਹੀਂ। ਤਾਂ ਉਹ ਇੱਕ ਸਾਡੀ ਮਨੋ ਅਵਸਥਾ, ਉਹ ਕਿਸੇ ਵਸਤੂ ਨਾਲ ਜੁੜੀ ਹੋਈ ਚੀਜ਼ ਨਹੀਂ ਹੈ। ਉਸ ਨੂੰ ਅਸੀਂ ਕਹਿੰਦੇ ਹਾਂ ਵੀ, ਜਿਸ ਨੂੰ ਅਸੀਂ ਜਦੋਂ ਅਵਸਥਾ ਕਹਿੰਦੇ ਹਾਂ ਨਾ, ਤਾਂ ਇਹਦਾ ਮਤਲਬ ਹੈ ਵੀ ਸੁਰਤ ਦਾ ਜਾਂ ਮਨ ਦਾ ਇੱਕ ਲੈਵਲ ਹੈ। ਜਿਵੇਂ ਅਸੀਂ ਆਪਣੇ ਦੁੱਖ ਤੇ ਸੁੱਖ ਦਾ ਲੈਵਲ ਖੁਦ ਕ੍ਰੀਏਟ ਕੀਤਾ ਹੈ, ਆਪਣੇ ਸੰਸਕਾਰਾਂ, ਵਿਚਾਰਾਂ, ਸੁਭਾਅ, ਸਾਰੀਆਂ ਚੀਜ਼ਾਂ ਕਰਕੇ, ਇਵੇਂ ਵੀ ਉਹਨੂੰ ਘੜਨਾ ਪੈਂਦਾ। ਤੋ ਸਾਹਿਬ ਸਤਿਗੁਰੂ ਮਹਾਰਾਜ ਉਸ ਨੂੰ ਆਖਦੇ ਨੇ ਵੀ
ਤਾਂ ਕਿ ਸੇਵਕ ਕਉ ਸਦਾ ਆਨੰਦੇ। ਪਰ ਇਹ ਆਨੰਦ ਦੀ ਵਜ੍ਹਾ ਕੀ ਹੈ? ਇਸ ਨੂੰ ਪਹਿਲੀ ਪੰਕਤੀ ਵਿੱਚ ਬਿਆਨ ਕਰਦੇ ਨੇ, ਆਖਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ। ਕਿਉਂਕਿ ਪਰਮੇਸ਼ਰ ਦੇ ਪਿਆਰੇ ਉਸ ਨੂੰ ਜਿਉਂਦਿਆਂ ਵੀ ਮਰਦੇ। ਇਹਦਾ ਭਾਵ ਹੁੰਦਾ ਹੈ ਵੀ ਹਰ ਵੇਲੇ ਜਦੋਂ ਕੋਈ ਗੱਲ ਹੋਵੇ ਨਾ ਵੀ ਮੈਂ ਤਾਂ ਜਿਉਂਦਿਆਂ ਮਰਦਿਆਂ ਇੱਕੋ ਹੀ ਗੱਲ ਕਰਦਾ, ਤਾਂ ਇੱਕ ਮੁਹਾਵਰਾਵਾਚਕ ਸ਼ਬਦ ਬਣ ਜਾਂਦਾ ਹੈ, ਜਿਸ ਦਾ ਭਾਵ ਹੁੰਦਾ ਹੈ ਵੀ ਕੰਟੀਨਿਊ, ਲਗਾਤਾਰ, ਜਿਹੜੇ ਕੰਮ ਵਿੱਚ ਵਿਘਨ ਨਾ ਪਵੇ। ਜਾਂ ਅਸੀਂ ਸ਼ਬਦ ਐਸੇ ਗੁਰੂ ਸਾਹਿਬ ਨੇ ਬਾਣੀ 'ਚ ਵੀ ਇਹ ਸ਼ਬਦ ਇਵੇਂ ਵਰਤੇ ਨੇ ਵੀ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬਹਿੰਦਿਆਂ ਸੌਂਦਿਆਂ। ਤੇ ਉਹ ਕਈ ਵਾਰ ਕੀ ਹੁੰਦਾ ਵੀ ਅਸੀਂ ਲਫ਼ਜ਼ਾਂ ਨੂੰ ਫਿਰ ਪਾਸੇ ਆਸੇ ਕਰਕੇ ਉਹਨੂੰ ਫਿਰ ਆਪਣੇ ਹਿਸਾਬ ਨਾਲ ਮੋੜਦੇ ਰਹਿੰਦੇ ਹਾਂ, ਜਦੋਂ ਕਿ ਗੱਲ ਬੜੀ ਸਿੰਪਲ ਜੀ ਹੈ ਵੀ ਜਿੱਥੇ ਲਗਾਤਾਰਤਾ ਵਿੱਚ ਵਿਘਨ ਨਹੀਂ ਪੈਂਦਾ, ਜਿੱਥੇ ਤੁਹਾਡਾ ਚਿੰਤਨ ਜਿਹੜਾ ਉਹ ਮੈਲਾ ਹੀ ਨਹੀਂ ਹੁੰਦਾ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਤੁਸੀਂ ਸੁੱਤੇ ਹੋ ਤੁਸੀਂ ਜਾਗਦੇ ਹੋ, ਤੁਹਾਡੇ ਅੰਦਰ ਸਪੇਸ ਹੀ ਨਹੀਂ, ਜਗ੍ਹਾ ਹੀ ਨਹੀਂ ਹੈ ਮਾੜੇ ਖਿਆਲਾਂ ਵਾਸਤੇ, ਮਾੜਾ ਕਰਨ ਵਾਸਤੇ, ਮਾੜੇ ਚਿੰਤਨ ਵਾਸਤੇ। ਉਹਨੂੰ ਸਤਿਗੁਰੂ ਕਹਿੰਦੇ ਵੀ ਲਗਾਤਾਰ ਉਹ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੈ। ਉਹ ਸੁੱਤਿਆਂ ਵੀ ਨਾਮ ਵਿੱਚ ਹੈ, ਜਾਗਦਿਆਂ ਵੀ ਨਾਮ ਵਿੱਚ ਹੈ, ਖਾਂਦਿਆਂ ਵੀ ਨਾਮ ਵਿੱਚ ਹੈ, ਤੁਰਦਿਆਂ ਵੀ ਨਾਮ ਵਿੱਚ ਹੈ। ਉਸ ਨੂੰ ਸਤਿਗੁਰੂ ਕਿਰੇ ਨਾਲ ਸ਼ਬਦਾਂ ਨਾਲ ਬਿਆਨ ਕਰਦੇ ਨੇ। ਤੋ ਇੱਥੇ ਗੁਰੂ ਪਾਤਸ਼ਾਹ ਦੇ ਆਖਦੇ ਨੇ ਜੀਵਤ ਮੁਕੰਦੇ, ਉਹ ਜਿਉਂਦਾ ਵੀ ਮੁਕੰਦ। ਮੁਕੰਦ ਦਾ ਮਤਲਬ ਹੈ ਮੁਕਤੀ ਦਾਤਾ। ਜਿਸ ਦੇ ਨਾਮ, ਜਿਸ ਦੇ ਗੁਣਾ, ਜਿਸ ਦੇ ਹੁਕਮ ਰਾਹੀਂ ਅਸੀਂ ਮੁਕਤ ਹੋ ਜਾਈਏ, ਉਹ ਮੁਕਤੀ ਦਾਤਾ ਹੈ। ਮਰਤ ਮੁਕੰਦੇ, ਉਸ ਪਰਮੇਸ਼ਰ ਦੇ ਨਾਮ ਵਿੱਚ ਹੀ ਜੀਂਦੇ ਨੇ, ਨਾਮ ਵਿੱਚ ਹੀ ਮਰ, ਜਾਣੀ ਕਿ ਉਹਨਾਂ ਦਾ ਸਮੁੱਚਾ ਵਜੂਦ ਹੀ ਨਾਮ ਦੇ ਆਧਾਰ ਉੱਤੇ ਟਿਕਿਆ ਹੋਇਆ। ਤੋ ਸਤਿਗੁਰੂ ਆਰੰਭ ਦੇ ਵਾਕ ਵਿੱਚ ਆਖਦੇ ਨੇ ਮੁਕੰਦ ਮੁਕੰਦ ਜਪੋ ਸੰਸਾਰ। हे ਸੰਸਾਰ ਦੇ ਲੋਕੋ, हे ਭਾਈ, ਮੁਕੰਦ ਮੁਕੰਦ ਜਪੋ। ਇੱਥੇ ਉਹਨੇ ਮੁਕੰਦ ਸ਼ਬਦ ਜਿਹੜਾ ਹੈ, ਇਸ ਦਾ ਭਾਵ ਹੈ ਮੁਕਤੀ ਦਾਤਾ, ਮੁਕਤ ਕਰਨ ਵਾਲਾ। ਪਰ ਖਿਆਲ ਵਿੱਚ ਰੱਖਣਾ, ਇੱਥੇ ਸਤਿਗੁਰੂ ਮਹਾਰਾਜ ਕਿਸੇ ਮਰਨ ਮੁਕਤੀ ਦੀ ਐਸੀ ਵਿਆਖਿਆ ਨਹੀਂ ਕਰ ਰਹੇ ਜਿਸ ਦਾ ਭਾਰਤੀ ਗ੍ਰੰਥਾਂ ਜਾਂ ਕਲਚਰ ਵਿੱਚ ਜਾਂ ਦੂਸਰੇ ਮਜ਼ਹਬਾਂ ਦੇ ਗ੍ਰੰਥਾਂ ਵਿੱਚ ਜ਼ਿਕਰ ਆਇਆ। ਇੱਥੇ ਸਤਿਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ, ਨਾਮ ਨੂੰ ਬੰਧਨ ਮੁਕਤ ਆਖਿਆ, ਜਿਸ ਨੂੰ ਬਾਣੀ ਵਿੱਚ ਬੰਦੀ ਮੋਚ ਵੀ ਕਿਹਾ। ਤੇ ਉਹ ਬੰਧਨ ਜਿਹੜਾ ਜੀ ਕਾ ਬੰਧਨ ਕਰਮ ਵਿਆਪ ਹੈ। ਬੰਧਨ ਦੀ ਵਿਆਖਿਆ ਵੀ ਸਤਿਗੁਰੂ ਨੇ ਕੀਤੀ ਹੈ ਵੀ ਬੰਧਨ ਕੀ ਹੈ, ਜਿਸ ਨੂੰ ਵਿਸ਼ਿਆਂ ਦਾ, ਵਿਕਾਰਾਂ ਦਾ ਬੰਧਨ ਕਿਹਾ, ਔਗਣਾਂ ਦਾ ਬੰਧਨ ਕਿਹਾ, ਜਿਸ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੇ ਰਹਿਣਾ ਇਹਨੂੰ ਬੰਧਨ ਕਿਹਾ। ਉਹ ਪ੍ਰਕਰਨ ਮੁਤਾਬਕ ਜਿਹੋ ਜਿਹਾ ਸਤਿਗੁਰੂ ਜੀ ਦਾ ਕਿਤੇ ਕੋਈ ਸੰਦਰਭ ਹੈ, ਕਿਸੇ ਸ਼ਬਦ ਦਾ ਕੰਟੈਕਸਟ ਹੈ, ਉਹਦੇ ਮੁਤਾਬਕ ਮਹਾਰਾਜ ਫਿਰ ਉਹਨੂੰ ਐਕਸਪਲੇਨ, ਉਹਦੀ ਵਿਆਖਿਆ ਕਰਦੇ ਨੇ ਵੀ ਇੱਥੇ ਕੀ ਬੰਧਨ ਹੈ, ਇੱਥੇ ਕੀ ਬੰਧਨ। ਹਉਮੈ ਨੂੰ ਵੀ ਬੰਧਨ ਕਹਿ ਦਿੰਦੇ ਨੇ, ਕਰਮਕਾਂਡ ਨੂੰ ਵੀ ਬੰਧਨ ਕਹਿ ਦਿੰਦੇ ਨੇ। ਤਾਂ ਉਹ ਕੰਟੈਕਸਟ ਮੁਤਾਬਕ ਉਹਦੀ ਵਿਆਖਿਆ ਹੁੰਦੀ ਹੈ। ਤੋ ਸਤਿਗੁਰੂ ਜੀ ਇੱਥੇ ਆਖਦੇ ਨੇ ਬੇਨ ਮੁਕੰਦ ਤਨ ਹੋਏ ਔਹਾਰ। ਔਹਾਰ ਦਾ ਮਤਲਬ ਹੁੰਦਾ ਹੈ ਵਿਅਰਥ, ਅਜਾਈ। ਤਨ ਤੋਂ ਭਾਵ ਹੈ ਜੀਵਨ। ਉਸ ਦੀ ਯਾਦ ਤੋਂ ਬਿਨਾਂ ਇਹ ਜੀਵਨ ਵਿਅਰਥ ਹੈ। ਸਤਿਗੁਰੂ ਪੰਚਮ ਪਾਤਸ਼ਾਹ ਨੇ ਬੜੀ ਬਾ ਕਮਾਲ ਵਿਆਖਿਆ ਕਰਦਿਆਂ 12 ਮਾਝ ਉਸ ਦੇ ਪਹਿਲੇ ਪਦੇ ਵਿੱਚ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਅੱਗੇ ਦੋ ਉਦਾਹਰਨਾਂ, ਧੇਨ ਦੁੱਧੈ ਤੇ ਬਾਹਰੀ ਕਿਤੇ ਨਾਵਾ ਕਾਮ। ਕੋਈ ਪਸ਼ੂ ਪਾਲਕ ਪਸ਼ੂ ਪਾਲਦਾ, ਤਾਂ ਪਸ਼ੂਆਂ ਨੂੰ ਪਾਲਣ ਵਾਲਾ, ਉਹਨਾਂ ਦਾ ਧਿਆਨ ਰੱਖਣ ਵਾਲਾ, ਕੇਅਰ ਕਰਨ ਵਾਲਾ, ਖੁਰਾਕ ਦੇਣ ਵਾਲਾ, ਆਪਣਾ ਕਿੰਨਾ ਸਮਾਂ 24 ਘੰਟਿਆਂ 'ਚੋਂ ਪਸ਼ੂਆਂ ਦੇ ਉੱਤੇ ਖਰਚ ਕਰਨ ਵਾਲਾ, ਉਹਦੇ ਪਿੱਛੇ ਉਹਦਾ ਇੱਕ ਮਕਸਦ ਹੈ ਵੀ ਇਹਨਾਂ ਤੋਂ ਦੁੱਧ ਹਾਸਲ ਹੋ। ਉਹ ਦੁੱਧ ਵਾਲੇ ਪਸ਼ੂਆਂ ਨੂੰ ਪਾਲਦਾ ਤੇ ਉਹਨਾਂ ਤੋਂ ਦੁੱਧ ਚਾਹੁੰਦਾ। ਪਰ ਜੇ ਉਹ ਆਪਣਾ ਸਮਾਂ ਵੀ ਲਾਵੇ, ਮਿਹਨਤ ਵੀ ਕਰੇ, ਖੁਰਾਕ ਵੀ ਪਾਵੇ, ਹਰ ਤਰ੍ਹਾਂ ਦੀ ਸੇਵਾ ਕਰੇ ਉਸ ਪਸ਼ੂ ਦੀ, ਪਰ ਉਹਦੇ ਤੋਂ ਫਿਰ ਵੀ ਦੁੱਧ ਨਾ ਪ੍ਰਾਪਤ ਹੋਵੇ ਤੇ ਪਾਲ ਉਹਨੂੰ ਦੁੱਧ ਕਰਕੇ ਰਿਹਾ, ਤਾਂ ਉਹਦੇ ਲਈ ਉਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਮਿਹਨਤ ਤੇ ਹੋ ਰਹੀ, ਪਰ ਜੋ ਉਹਦੇ ਕੋਲ ਉਹਨੂੰ ਮਿਲਣਾ
ਧੀਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸ਼ਾਖ ਖੇਤੀ ਨੂੰ ਕਹਿੰਦੇ ਨੇ। ਪਾਣੀ ਨਾ ਮਿਲੇ ਖੇਤੀ ਸੁੱਕ ਜਾਂਦੀ ਹੈ। ਖੇਤੀ ਸੁੱਕ ਜਾਏ ਤੇ ਕਿਸਾਨ ਨੂੰ ਪ੍ਰਾਪਤੀ ਕੀ ਹੋਏਗੀ? ਉਹਨੂੰ ਲੱਭੇਗਾ ਕੀ? ਉਹਦੀ ਸਾਰੀ ਮਿਹਨਤ, ਸਾਰੀ ਘਾਲਣਾ ਜਾਈ ਚਲੇ ਜਾਏਗੀ। ਆਪਾਂ ਘਰ ਦੇ ਵਿੱਚ ਕੋਈ ਫੁੱਲਦਾਰ ਬੂਟਾ ਲਾਈਏ ਜਾਂ ਫਲਦਾਰ ਬੂਟਾ ਲਾਈਏ, ਜਦੋਂ ਫੁੱਲਾਂ ਵਾਲਾ ਪੌਦਾ ਲਾਉਂਦੇ ਹਾਂ ਤਾਂ ਸਾਨੂੰ ਇਲਮ ਹੁੰਦਾ ਵੀ ਇਹਨੂੰ ਫੁੱਲ ਲੱਗਣਗੇ। ਫਲਦਾਰ ਬੂਟਾ ਲਾਉਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਵੀ ਇਹਨੂੰ ਫਲ ਲੱਗੇਗਾ। ਜਿਸ ਮਕਸਦ ਲਈ ਉਹਨੂੰ ਲਿਆ ਕੇ ਲਾਇਆ ਤੇ ਉਹਨੂੰ ਪਾਲਿਆ, ਜਦੋਂ ਉਹਨੂੰ ਫੁੱਲ ਹੀ ਨਾ ਪੈਣ ਤੇ ਸਾਨੂੰ ਲੱਗਦਾ ਹੈ ਇਹਨੂੰ ਹਟਾ ਕੇ ਇਹਦੀ ਜਗ੍ਹਾ ਦੂਜਾ ਲਾ ਦੇਣਾ ਚਾਹੀਦਾ। ਫਲ ਨਾ ਲੱਗਣ ਤੇ ਅਸੀਂ ਸੋਚਦੇ ਹਾਂ ਵੀ ਇਹ ਤਾਂ ਐਵੇਂ ਜਗ੍ਹਾ ਘੇਰੀ ਬੈਠਾ ਹੈ, ਕੰਮ ਸੇਵਾ ਵੀ ਇਹਦੀ ਇੰਨੀ ਕੀਤੀ ਹੈ। ਤੇ ਜੋ ਉਹਦੇ ਤੋਂ ਚਾਹੀਦਾ ਸਾਨੂੰ, ਜੋ ਉਹ ਦੇ ਸਕਦਾ, ਜਦੋਂ ਉਹਦੇ ਕੋਲੋਂ ਉਹ ਚੀਜ਼ ਨਹੀਂ ਮਿਲਦੀ ਤਾਂ ਉਹ ਵਿਅਰਥ ਲੱਗਣ ਲੱਗਦਾ ਹੈ। ਮਨੁੱਖ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਇਹ ਮਨੁੱਖਾਂ ਵਾਂਗ ਹੀ ਕਰੇਗਾ, ਜਿੰਨਾ ਵਿਹਾਰ ਕਰੇਗਾ ਮਨੁੱਖਾਂ ਵਾਂਗ ਕਰੇਗਾ। ਪਰ ਜਦੋਂ ਮਨੁੱਖ ਦੇ ਵਿੱਚੋਂ ਸਾਨੂੰ ਮਨੁੱਖ ਵਾਲਾ ਗੁਣ ਨਾ ਨਜ਼ਰ ਆਏ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੂੰ ਬੰਦਾ ਥੋੜ੍ਹੀ ਆ, ਕੋਈ ਤੂੰ ਤੇ ਪਸ਼ੂ ਹੈ। ਫਿਰ ਸਤਿਗੁਰੂ ਨੂੰ ਆਪਣੇ ਸ਼ਬਦਾਂ ਵਿੱਚ ਕਹਿੰਦੇ, ਜਿਨੀ ਐਸਾ ਹਰਨਾਮ ਨਾ ਚੇਤਿਓ ਸੇ ਕਾਹੇ ਜਾਗੈ। ਤੇਰੇ ਆਉਣ ਦਾ ਕੀ ਫਾਇਦਾ? ਉਹਨੂੰ ਫਿਰ ਇਹ ਵੀ ਸਤਿਗੁਰੂ ਬਾਣੀ ਵਿੱਚ ਟਕੋਰ ਮਾਰ ਦਿੰਦੇ ਨੇ ਕਿ ਤੂੰ ਚੰਗਾ ਖਾਂਦਾ ਵੀ ਹੈ, ਚੰਗਾ ਪਹਿਨਦਾ ਵੀ ਹੈ, ਤੂੰ ਇਸ ਧਰਤੀ 'ਤੇ ਰਹਿੰਦਾ ਵੀ ਹੈ, ਤੂੰ ਰੱਬ ਦੀਆਂ ਦਾਤਾਂ ਵਰਤਦਾ ਵੀ ਹੈ, ਤੂੰ ਸਭ ਕੁਝ ਹੰਡਾਉਂਦਾ ਵੀ ਹੈ, ਪਰ ਤੇਰੇ ਕੋਲੋਂ ਜਿਸ ਕੰਮ ਦੀ ਉਮੀਦ ਹੈ ਤੂੰ ਉਹ ਕਰਦਾ ਨਹੀਂ। ਇਹਦਾ ਭਾਵ ਇਹੀ ਹੁੰਦਾ ਵੀ ਤੇਰੀ ਜ਼ਿੰਦਗੀ ਵਿਅਰਥ ਹੈ, ਅਜਾਈ ਹੈ। ਉਹਨੂੰ ਫਿਰ ਬੜੀਆਂ ਉਦਾਹਰਨਾਂ ਨਾਲ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸ਼ਿੰਗਾਰ। ਤੋ ਸਤਿਗੁਰੂ ਇੱਥੇ ਫਰਮਾਉਂਦੇ ਨੇ, ਸੋਈ ਮੁਕੰਦ ਮੁਕਤ ਕਾ ਦਾਤਾ। ਉਸ ਦਾ ਨਾਮ, ਉਸ ਦੀ ਯਾਦ, ਉਸ ਦੇ ਗੁਣ ਹੀ ਤੈਨੂੰ ਬੰਧਨਾਂ ਤੋਂ ਰਹਿਤ ਕਰਨ ਵਾਲੇ ਨੇ। ਜਿਹੜੇ ਬੰਧਨਾਂ ਵਿੱਚ ਤੂੰ ਹੇ ਮਨੁੱਖ ਗਰਸਿਆ ਹੋਇਆ ਹੈ, ਉਹਨਾਂ ਤੋਂ ਰਹਿਤ ਕਰਨ ਵਾਲੇ ਨੇ, ਉਹਨਾਂ ਬੰਧਨਾਂ ਤੋਂ ਛੁਡਾ ਲੈਣ ਵਾਲੇ ਨੇ। ਸੋਈ ਮੁਕੰਦ ਹਮਰਾ ਪਿਤ ਮਾਤਾ, ਉਹ ਸਾਡਾ ਪਿਤਾ ਹੈ, ਸਾਡੀ ਮਾਤਾ ਹੈ। ਉਹ ਸਾਨੂੰ ਪੈਦਾ ਵੀ ਕਰਦਾ ਹੈ ਤੇ ਪਾਲਣ ਦੇ ਵਸੀਲੇ ਵੀ ਉਹਨੇ ਘੜੇ ਨੇ। ਜ਼ਰਾ ਚੇਤੇ ਰੱਖੀਏ, ਸਾਨੂੰ ਜਿਹੜਾ ਜੀਵਨ ਮਿਲਿਆ ਹੈ, ਇਸ ਜੀਵਨ ਦੀ ਪ੍ਰਾਪਤੀ ਦੇ ਪਿੱਛੇ ਸਾਡਾ ਤਾਂ ਕੋਈ ਸਟਰਗਲ ਨਹੀਂ। ਤੇ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਪਦਾਰਥ ਨੂੰ ਹਾਸਲ ਕਰਨ ਦਾ ਸਟਰਗਲ ਜ਼ਰੂਰ ਹੈ ਸਾਡਾ, ਉਹ ਸਾਡੇ ਰਾਹੀਂ ਹੋ ਰਿਹਾ। ਉਹਨੂੰ ਆਪਾਂ ਉਦਮ ਕਹਿੰਦੇ ਹਾਂ, ਉਹਨੂੰ ਆਪਾਂ ਉਦਮ ਕਹਿੰਦੇ ਹਾਂ ਨਾ, ਮੈਂ ਉਦਮ ਕਰ ਰਿਹਾ ਵੀ ਆਹ ਚੀਜ਼ ਮੈਨੂੰ ਮਿਲ ਜਾਏ। ਪਰ ਉਸ ਚੀਜ਼ ਦੀ ਪ੍ਰੋਡਕਸ਼ਨ ਤੇ ਤੇਰੀ ਖੁਦ ਦੀ ਪ੍ਰੋਡਕਸ਼ਨ, ਜਿਹੜਾ ਤੂੰ ਉਦਮ ਕਰ ਰਿਹਾ ਹੈ, ਤੇਰੀ ਪ੍ਰੋਡਕਸ਼ਨ ਤੇਰੇ ਕਿਸੇ ਸਟਰਗਲ ਦਾ ਹਿੱਸਾ ਨਹੀਂ। ਇਹ ਬਖਸ਼ਿਸ਼ ਹੈ। ਮੰਨ ਲਓ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਜ਼ਮੀਨ ਨੂੰ ਵਾਹਵਾਂ ਤੇ ਉਹਦੇ ਵਿੱਚ ਬੀਜ ਪਾਵਾਂ ਤੇ ਉਹ ਫਲੀ ਭੂਤ ਹੋਵੇ ਤੇ ਫਸਲ ਪੈਦਾ ਹੋਵੇ। ਇਹ ਪ੍ਰੋਸੈਸ ਹੈ ਜਿਹੜਾ ਮੈਂ ਕਰ ਰਿਹਾ, ਉਹ ਕੀ ਹੈ? ਉਦਮ। ਪਰ ਦੂਜਾ ਪਹਿਲੂ ਜਿਹੜਾ ਉਹ ਅਸੀਂ ਭੁੱਲ ਜਾਂਦੇ ਹਾਂ ਵੀ ਮੇਰਾ ਆਪਣਾ ਵਜੂਦ ਜਿਹੜਾ ਉਹ ਮੇਰੇ ਉਦਮ ਤੇ ਨਹੀਂ ਖੜਾ, ਉਹਦੀ ਬਖਸ਼ਿਸ਼ ਤੇ ਖੜਾ। ਜ਼ਮੀਨ ਦਾ ਫਲ ਪੈਦਾ ਕਰ ਦੇਣਾ, ਇਹ ਮੇਰੇ ਉਦਮ ਦੇ ਆਸਰੇ ਤੇ ਨਹੀਂ ਇਕੱਲਾ ਖੜਾ, ਇਹ ਉਹਦੀ ਬਖਸ਼ਿਸ਼ ਆਸਰੇ ਵੀ ਖੜਾ। ਮਿੱਟੀ 'ਚ ਇਹ ਤਾਸੀਰ ਹੈ ਕਿ ਬੀਜ ਉਹਦੇ ਵਿੱਚ ਸੁੱਟਿਆ ਜਾਏ ਤੇ ਉੱਗ ਪਏਗਾ। ਕੀ ਮਿੱਟੀ 'ਚ ਇਹ ਤਾਸੀਰ, ਇਹ ਗੁਣ, ਇਹ ਖੂਬੀ ਮੈਂ ਭਰੀ ਹੈ? ਨਹੀਂ, ਇਹ ਪਹਿਲਾਂ ਤੋਂ ਮੌਜੂਦ ਹੈ। ਮੈਂ ਇਹਨੂੰ ਕੇਵਲ ਜਾਣਿਆ, ਮੈਂ ਇਹਨੂੰ ਕੇਵਲ ਸਮਝਿਆ ਵੀ ਇਹਦੇ 'ਚ ਇਸ ਤਰ੍ਹਾਂ ਬੀਜ ਪਾਈਏ, ਇਹ ਵੱਤਰ ਹੋਵੇ, ਇੰਨੀ ਨਮੀ ਹੋਵੇ, ਜਾਂ ਰੁੱਤ ਹੋਵੇ, ਜਾਂ ਮੌਸਮ ਹੋਵੇ ਤੇ ਉੱਗ ਪੈਂਦਾ। ਫਿਰ ਇਹਨੂੰ ਆਹ ਕਰੀਏ ਤੇ ਵੇ ਫਲ ਜਾਂਦਾ। ਪਰ ਉਹ ਸਾਰਾ ਕੁਝ ਜਿਹੜਾ ਹੈ, ਉਹਦੀ ਪ੍ਰੋਡਕਸ਼ਨ ਮੈਂ ਨਹੀਂ ਕੀਤੀ, ਉਹਦੀ ਪ੍ਰੋਡਕਸ਼ਨ ਕਾਦਰ ਨੇ ਕੀਤੀ। ਉਹਨੂੰ ਹੀ ਗੁਰੂ ਸਾਹਿਬ ਬਾਣੀ 'ਚ ਬਖਸ਼ਿਸ਼ ਕਹਿੰਦੇ ਨੇ। ਇਸ ਵਾਸਤੇ ਮਹਾਰਾਜ ਨੇ ਇੱਥੇ ਫਰਮਾਇਆ, ਮੁਕੰਦ ਮੁਕੰਦ ਹਮਾਰੇ ਪ੍ਰਾਣਮ, ਉਹ ਸਾਡੇ ਸਾਹ ਨੇ। ਉਹਦਾ ਨਾਮ ਹੀ ਅਸਲ ਸਾਡੀ ਜ਼ਿੰਦਗੀ ਹੈ, ਉਹਦੀ ਹੋਂਦ ਹੀ ਅਸਲ 'ਚ ਸਾਡਾ ਵਜੂਦ ਹੈ। ਹਮਾਰੇ ਪ੍ਰਾਣੰ, ਪ੍ਰਾਣ ਆਪਾਂ ਕਹਿੰਦੇ ਹਾਂ ਵੀ ਜਿੰਦ ਨੂੰ, ਵਜੂਦ ਨੂੰ, ਸਾਡੀ ਹੋਂਦ ਨੂੰ, ਸਾਡੇ ਅਸਤਿਤਵ ਨੂੰ। ਜਪ ਮੁਕੰਦ ਮਸਤਕ ਨਿਸ਼ਾਨ,
ਕਹਿੰਦੇ ਨੇ ਉਸ ਨੂੰ ਜਪਣਾ ਹੀ ਉਜਲੇ ਭਾਗਾਂ ਦੀ ਨਿਸ਼ਾਨੀ ਹੈ। ਆਪਾਂ ਕਿਸੇ ਨੂੰ ਕਹਿ ਦਿੰਦੇ ਵੀ ਤੂੰ ਤਾਂ ਬੜਾ ਬਦਕਿਸਮਤ ਹੈ, ਜਾਂ ਤੂੰ ਬੜਾ ਖੁਸ਼ਕਿਸਮਤ ਹੈ। ਯਾਨੀ ਕਿ ਅਸੀਂ ਜਦੋਂ ਕੋਈ ਚੀਜ਼ ਚਾਹੀਏ ਤੇ ਉਹ ਉਵੇਂ ਹੋ ਜਾਏ ਤੇ ਅਸੀਂ ਕਹਿੰਦੇ ਵੀ ਮੇਰੀ ਕਿਸਮਤ ਸਾਥ ਦਿੰਦੀ ਹੈ, ਮੈਂ ਖੁਸ਼ਕਿਸਮਤ ਹਾਂ। ਤੇ ਜਦੋਂ ਸਾਡੀ ਇੱਛਾ ਮੁਤਾਬਕ ਕੁਝ ਨਾ ਵਾਪਰੇ ਅਸੀਂ ਫਿਰ ਕਹਿੰਦੇ ਵੀ ਬੜਾ ਬਦਕਿਸਮਤ ਹਾਂ, ਮੇਰੀ ਕਿਸਮਤ ਸਾਥ ਨਹੀਂ ਦਿੰਦੀ, ਬੜਾ ਬੈਡ ਲੱਕ ਹੈ। ਉਹ ਅਸੀਂ ਇਹਨੂੰ ਇਵੇਂ ਡਿਫਾਈਨ ਕਰਦੇ ਹਾਂ ਵੀ ਮੇਰੀ ਇੱਛਾ ਮੁਤਾਬਕ ਹੈ ਕਿਸਮਤ ਹੈ, ਮੇਰੀ ਇੱਛਾ ਮੁਤਾਬਕ ਨਹੀਂ ਹੈ ਤੇ ਬਦਕਿਸਮਤੀ ਹੈ। ਪਰ ਧਰਮ ਦਾ ਖੇਤਰ ਕਹਿੰਦਾ ਹੈ ਕੁਝ ਵੀ ਬੈਡ ਲੱਕ ਨਹੀਂ ਹੁੰਦਾ। ਕੁਦਰਤ ਦੇ ਹਿਸਾਬ ਨਾਲ ਕੀਤਿਆਂ ਦੁੱਖ ਭੂਖ ਸਦ ਮਾਰੇ ਪੇ ਦਾਤ ਤੇਰੀ ਦਾਤਾਰ। ਇਹ ਵੀ ਇੱਕ ਕਿਸਮ ਦੇ ਪਹਿਲੂ ਨੇ ਜ਼ਿੰਦਗੀ ਦੇ, ਦੁਨੀਆ ਦੇ, ਸੰਸਾਰ ਦੇ। ਇਹ ਹਰ ਜਗ੍ਹਾ ਦੇ ਉੱਤੇ ਹੈ। ਤੋ ਸਤਿਗੁਰੂ ਮਹਾਰਾਜ ਨੇ ਇਸ ਨੂੰ ਬਾਣੀ ਦੇ ਵਿੱਚ ਕਿਹਾ, ਸੇਵ ਮੁਕੰਦ ਕਰੈ ਬੈਰਾਗੀ। ਸੇਵ ਦਾ ਮਤਲਬ ਹੁੰਦਾ ਹੈ ਚੇਤਾ ਕਰਨਾ, ਚਿੰਤਨ ਕਰਨਾ। ਜਿਹੜਾ ਉਸ ਦਾ ਚਿੰਤਨ ਕਰਦਾ ਹੈ ਉਹਨੂੰ ਉਹ ਬੈਰਾਗੀ ਕਰਦਾ। ਬੈਰਾਗੀ ਦਾ ਮਤਲਬ ਹੁੰਦਾ ਉਪਰਾਮ ਅਵਸਥਾ, ਵੈਰਾਗਵਾਨ ਹੋਣਾ। ਕਿਸੇ ਵੈਰਾਗ ਦਾ ਇੱਕ ਅਰਥ ਬਾਣੀ 'ਚ ਪ੍ਰੇਮ ਵੀ ਹੈ, ਤੇ ਵੈਰਾਗ ਦਾ ਇੱਕ ਅਰਥ ਵੀ ਹੈ ਵੀ ਕਿਸੇ ਚੀਜ਼ ਤੋਂ ਦਿਲ ਚੁੱਕਿਆ ਜਾਣਾ, ਕਿਸੇ ਚੀਜ਼ ਤੋਂ ਤੁਹਾਡਾ ਰਿਲੇਸ਼ਨ ਟੁੱਟ ਜਾਵੇ, ਉਹ ਚੰਗੀ ਨਾ ਲੱਗਣੀ। ਤਾਂ ਭਾਰਤ ਵਿੱਚ ਇੱਕ ਫਿਰਕਾ ਹੀ ਇਹਦੇ ਨਾਂ ਤੇ ਪੈਦਾ ਹੈ, ਵੈਰਾਗੀ ਫਿਰਕਾ। ਜਿਵੇਂ ਸੰਨਿਆਸੀ ਨੇ, ਉਦਾਸੀ ਨੇ, ਵੈਰਾਗੀ ਵੀ ਇੱਕ ਫਿਰਕਾ। ਉਹਨਾਂ ਨੇ ਇੱਕ ਥੋਟ ਦੇ ਉੱਤੇ ਇੰਨਾ ਵਜ਼ਨ ਪਾਇਆ ਹੈ ਤੇ ਉਸ ਚੀਜ਼ ਦੇ ਉੱਤੇ ਇੰਨੀ ਆਪਣੀ ਮੈਂਟਲੀ ਪ੍ਰੈਕਟਿਸ ਕੀਤੀ ਹੈ ਵੀ ਉਹ ਥੋਟ ਉਹਨਾਂ ਦੇ ਅੰਦਰ ਪੱਕ ਗਿਆ। ਉਹ ਵਿਚਾਰ ਤੇ ਉਹ ਕਾਇਲ ਹੋ ਗਏ। ਉਹ ਕੀ ਹੈ ਕਿ ਜਗਤ ਤੋਂ ਮਿਥਿਆ ਹੈ, ਇਸ ਲਈ ਕਿਸੇ ਨਾਲ ਵੀ ਕੋਈ ਰਿਲੇਸ਼ਨ ਰੱਖਣ ਦੀ ਲੋੜ ਨਹੀਂ। ਜਦੋਂ ਹੈ ਹੀ ਕੱਖ ਨਹੀਂ ਤਾਂ ਤੁਸੀਂ ਐਵੇਂ ਇਸ ਜੰਜਾਲ 'ਚ ਕਾਹਨੂੰ ਫਸਦੇ ਹੋ। ਪਰ ਉਹ ਦੂਜੇ ਪਹਿਲੂ ਸਾਰੇ ਹੀ ਛੱਡ ਗਿਆ। ਉਹਨੂੰ ਕਹਿੰਦੇ ਸਨ ਵੈਰਾਗੀ, ਜਿਹਦਾ ਕਿਸੇ ਨਾਲ ਕੋਈ ਰਿਲੇਸ਼ਨ ਹੀ ਨਾ ਰਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੈਰਾਗ ਸ਼ਬਦ ਜਿਹੜਾ ਹੈ ਉਹ ਉਹਨਾਂ ਦੇ ਕਰਮ ਦੇ ਖੰਡਨ ਲਈ ਵੀ ਆਇਆ ਹੈ, ਤੇ ਵੈਰਾਗ ਦਾ ਅਰਥ ਪ੍ਰੇਮ ਵੀ ਹੈ, ਤੇ ਵੈਰਾਗ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਪਰਾਮ ਅਵਸਥਾ। ਤੁਹਾਡਾ ਬੁਰਾਈ ਤੋਂ ਮਨ ਮੁੜ ਜਾਣਾ, ਇਹ ਅਸਲ ਵੈਰਾਗ ਹੈ। ਤੁਹਾਡਾ ਬੁਰਾਈ ਤੋਂ ਮਨ ਮੁੜ ਜਾਣਾ ਅਸਲ ਵੈਰਾਗ ਹੈ, ਨਾ ਕਿ ਫਰਜ਼ ਤੋਂ ਮੂੰਹ ਮੋੜ ਲੈਣਾ ਵੈਰਾਗ ਹੈ। ਦੋਵਾਂ 'ਚ ਬਹੁਤ ਵੱਡਾ ਅੰਤਰ ਹੈ। ਸੋਈ ਮੁਕੰਦ ਦੁਰਬਲ ਧਨ ਲਾਧੀ। ਦੁਰਬਲ ਗਰੀਬ, ਗੁਰਬਤ ਦੇ ਮਾਰੇ ਕਮਜ਼ੋਰ ਬੰਦੇ ਨੂੰ ਕਹਿੰਦੇ। ਕਮਜ਼ੋਰ ਨੂੰ ਮਾਨੋ ਜਿਵੇਂ ਧਨ ਲੱਭ ਜਾਏ, ਦੌਲਤ ਲੱਭ ਜਾਏ ਗੁਰਬਤ ਦੇ ਮਾਰੇ ਹੋਏ ਨੂੰ, ਇਵੇਂ ਉਹਦਾ ਨਾਮ ਤੁਹਾਡੀ ਜ਼ਿੰਦਗੀ ਦੀ ਗਰੀਬੀ ਦੂਰ ਕਰ ਦਿੰਦਾ, ਆਤਮਕ ਕੰਗਾਲੀ ਨੂੰ ਜੜੋਂ ਪੁੱਟ ਦਿੰਦਾ। ਤੋ ਅੱਗੇ ਲਿਖਦੇ ਹਨ, ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ। ਉਹਦਾ ਸਭ ਤੋਂ ਵੱਡਾ ਇੱਕ ਸਾਡੇ ਉੱਤੇ ਉਪਕਾਰ ਇਹ ਹੁੰਦਾ ਹੈ। ਉਪਕਾਰ ਦਾ ਮਤਲਬ ਸਾਨੂੰ ਇਹ ਗੁਣ ਸਭ ਤੋਂ ਵੱਡਾ ਮਿਲ ਜਾਂਦਾ ਹੈ, ਹਮਰਾ ਕਹਾ ਕਰੈ ਸੰਸਾਰ, ਕਿ ਤੁਸੀਂ ਬੇਪਰਵਾਹ ਹੋ ਜਾਂਦੇ ਹੋ। ਤੁਹਾਡੀ ਸ਼ੋਭਾ ਹੋ ਰਹੀ ਹੈ ਤਾਂ ਫਿਰ ਕੀ ਹੋਇਆ, ਨਿੰਦਾ ਹੋ ਰਹੀ ਤਾਂ ਫਿਰ ਕੀ ਹੋਇਆ, ਕੁਝ ਮਿਲ ਗਿਆ ਤੇ ਫਿਰ ਕੀ ਹੋਇਆ, ਚਲਾ ਗਿਆ ਤੇ ਤਾਂ ਵੀ ਠੀਕ ਹੈ। ਉਹਨਾਂ ਚੀਜ਼ਾਂ ਦੀ ਜਿਹੜੀ ਬੇਪਰਵਾਹ ਤੇ ਲਾਪਰਵਾਹ 'ਚ ਅੰਤਰ ਸਮਝ ਲੈਣਾ। ਬੇਪਰਵਾਹੀ ਜਿਹੜੀ ਹੈ ਜੀਵਨ ਵਿੱਚ, ਜਿਸ ਨੂੰ ਗੁਰਬਾਣੀ ਦੇ ਵਿੱਚ ਇਹ ਕਿਹਾ ਗਿਆ ਬਾਬਾ ਕਬੀਰ ਜੀ ਵੱਲੋਂ, ਜਿੱਥੇ ਉਹ ਲਿਖਦੇ ਹਨ, ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ। ਜੋ ਕੁਝ ਅਸੀਂ ਕਰਦੇ ਹਾਂ, ਜਿਹੜੀ ਸਾਡੀ ਜ਼ਿੰਦਗੀ ਤੰਗੀਆਂ ਤੁਰਸ਼ੀਆਂ ਵਾਲੀ, ਮਾਨਸਿਕ ਤੌਰ ਤੇ ਤੰਗ ਦਿਲੀਆਂ ਵਾਲੀ, ਉਹ ਜਿਹੜੀ ਉਹਦੀ ਕੋਈ ਪ੍ਰਵਾਹ ਨਹੀਂ ਰਹਿ ਗਈ, ਉਹਦੇ ਤੋਂ ਬਹੁਤ ਮੁਕਤ ਹੋ ਗਏ। ਮੇਟੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੋਗ ਤਾਰ। ਜਾਤ ਮਿਟ, ਕਹਿੰਦੇ ਮੈਨੂੰ ਇਹ ਲਾਭ ਹੋਇਆ। ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਕਿ ਢੈਂਦੀ ਕਲਾ ਦੀ ਜਿਹੜੀ ਭਾਵਨਾ ਹੁੰਦੀ, ਇੱਕ ਦੇ ਅੰਦਰ ਗਰੂਰ ਹੁੰਦਾ ਮੇਰੀ ਜਾਤ ਉੱਚੀ, ਤੇ ਦੂਜੇ ਅੰਦਰ ਢੈਂਦੀ ਕਲਾ ਹੁੰਦੀ ਵੀ ਹਾਏ ਮੇਰੀ ਜਾਤ ਨਹੀਂ। ਦੋਵੇਂ ਹੀ ਮਾਰੂ ਨੇ। ਜਿੰਨਾ ਹੰਕਾਰ ਮਾਰੂ ਹੈ ਨਾ ਜੀਵਨ ਲਈ, ਢੈਂਦੀ ਕਲਾ ਉਨੀ ਮਾਰੂ ਹੈ। ਕਹਿੰਦੇ ਮੇਰੇ ਅੰਦਰੋਂ ਢੈਂਦੀ ਕਲਾ ਵੀ ਖਤਮ ਹੋ ਗਈ।
ਮੇਰੇ ਅੰਦਰ ਉਹ ਢਹਿੰਦੀ ਕਲਾ ਵਾਲਾ ਨੀਵਾਂ ਅਹਿਸਾਸ ਹੀ ਨਹੀਂ। ਹੂਏ ਦਰਬਾਰ, ਮੈਂ ਉਹਦੇ ਸਨਮੁਖ ਹਾਂ, ਮੈਂ ਹਮੇਸ਼ਾ ਉਹਨੂੰ ਆਪਣੇ ਸਨਮੁਖ ਰੱਖਦਾ। ਮੈਂ ਢਹਿੰਦੀ ਕਲਾ ਨੂੰ ਸਾਹਮਣੇ ਨਹੀਂ ਰੱਖਿਆ, ਮੈਂ ਉਹਨੂੰ ਸਾਹਮਣੇ ਰੱਖਿਆ ਵੀ ਮੈਂ ਉਹਦਾ ਬੰਦਾ। ਮੇਰੇ ਲਈ ਫਖਰ ਦੀ ਗੱਲ ਹੈ, ਮਾਣ ਦੀ ਗੱਲ ਹੈ। ਫਿਰ ਕਹਿੰਦੇ ਨੇ ਤੂੰ ਹੀ ਮੁਕੰਦ ਜੋਗ ਜੋਗ ਤਾਰ, ਭਾਵੇਂ ਵੀ ਹਰ ਵੇਲੇ ਤੂੰ ਮੈਨੂੰ ਤਾਰਨ ਵਾਲਾ ਹੈ, ਹਰ ਵਕਤ, ਹਰ ਘੜੀ, ਹਰ ਥਾਂ ਤੇ ਮੇਰੇ ਭਲੇ ਦਾ ਤੂੰ ਹੀ ਕਾਰਨ ਹੈ। ਫਿਰ ਆਖਦੇ ਨੇ ਉਪਜਿਓ ਗਿਆਨ ਹੁਆ ਪ੍ਰਗਾਸ, ਕਰ ਕਿਰਪਾ ਲੀਨੇ ਕੀਟ ਦਾਸ। ਮੇਰੇ ਅੰਦਰ ਅਨੁਭਵ, ਗਿਆਨ ਦਾ ਮਤਲਬ ਹੁੰਦਾ ਹੈ ਇੱਕ ਚੇਤਨਾ, ਇੱਕ ਚਿੰਤਨ ਪੈਦਾ ਹੋਣਾ ਤੁਹਾਡੇ ਅੰਦਰ, ਜਿਸ ਨੂੰ ਬਾਣੀ ਨੇ ਜਾਗਣਾ ਵੀ ਲਿਖਿਆ। ਹੁਆ ਪ੍ਰਗਾਸ, ਹੁਣ ਮੇਰੇ ਜੀਵਨ 'ਚ ਚਾਨਣ ਹੋ ਗਿਆ, ਅਗਿਆਨਤਾ ਦਾ ਅੰਧੇਰਾ ਬਿਨਸ ਗਿਆ। ਕਰ ਕਿਰਪਾ ਲੀਨੇ ਕੀਟ ਦਾਸ, ਸਾਨੂੰ ਉਸ ਨੇ ਨਿਮਾਣਿਆਂ ਨੂੰ, ਕੀਟ ਸ਼ਬਦ ਦਾ ਮਤਲਬ ਹੁੰਦਾ ਨਿਮਾਣੇ, ਕਮਜ਼ੋਰ, ਬਲਹੀਨ। ਸਾਨੂੰ ਨਿਮਾਣਿਆਂ ਨੂੰ, ਕਮਜ਼ੋਰਾਂ ਨੂੰ ਉਸ ਨੇ ਆਪਣੇ ਸੇਵਕ ਬਣਾ ਲਿਆ। ਅਸੀਂ ਉਹਦੇ ਨੇੜੇ ਹੋ ਗਏ। ਇਸ ਕਰਕੇ ਸਾਡਾ ਨਿਮਾਣਾਪਨ, ਸਾਡਾ ਨਿਤਾਣਾਪਨ, ਸਾਡੀ ਅੰਦਰ ਦੀ ਕਮਜ਼ੋਰੀ ਖਤਮ ਹੋ ਗਈ। ਫਿਰ ਫਰਮਾਉਂਦੇ ਹਨ ਕਉ ਰਵਿਦਾਸ ਅਬ ਤ੍ਰਿਸ਼ਨਾ ਚੂਕੀ, ਜਪ ਮੁਕੰਦ ਸੇਵਾ ਤਾਹੂ ਕੀ। ਹੀ ਰਵਿਦਾਸ, ਹੁਣ ਆਖ ਕਿ ਤ੍ਰਿਸ਼ਨਾ ਚੁੱਕ ਗਈ, ਬਹੁਲਤਾ ਦੀ ਭੁੱਖ। ਇੱਕ ਹੁੰਦੀ ਹੈ ਖਾਹਿਸ਼, ਖਾਹਿਸ਼ ਦਾ ਇੱਕ ਦੂਜਾ ਪਾਸਾ ਵੀ ਹੁੰਦਾ ਹੈ, ਉਹਦਾ ਆਪਾਂ ਅਗਲੇ ਸ਼ਬਦ ਵਿੱਚ ਜ਼ਿਕਰ ਕਰਾਂਗੇ। ਪਰ ਇੱਕ ਹੁੰਦੀ ਹੈ ਇੱਕ ਐਸੀ ਮਾਰੂ ਭੁੱਖ ਜਿਹਦੇ ਮਿਟਣ ਦੇ ਆਸਾਰ ਹੀ ਕੋਈ ਨਹੀਂ, ਇੱਕ ਐਸਾ ਵਧਿਆ ਹੋਇਆ ਰੋਗ ਜਿਹੜਾ ਤੁਹਾਡੇ ਆਖਰੀ ਸਾਹ ਤੱਕ ਵੀ ਤੁਹਾਨੂੰ ਚੀਸ ਦਿੰਦਾ, ਤਕਲੀਫ ਦਿੰਦਾ, ਪਰ ਮਿਟਦਾ ਨਹੀਂ। ਇੱਕ ਐਸੀ ਅੱਗ ਵੀ ਕਹਿ ਇਹਨੂੰ ਬਾਣੀ ਵਿੱਚ। ਉਹ ਮਾਨਸਿਕ ਰੋਗ ਜਿਹੜਾ ਅੰਦਰੋਂ ਨਿਕਲ ਗਿਆ, ਤ੍ਰਿਸ਼ਨਾ ਦਾ। ਜਪ ਮੁਕੰਦ ਸੇਵਾ ਤਾਹੂ ਕੀ, ਹੁਣ ਮੈਂ ਉਸ ਮੁਕਤੀ ਦਾਤੇ ਨੂੰ ਚੇਤੇ ਵਿੱਚ ਰੱਖਦਾ ਹਾਂ ਤੇ ਉਸੇ ਦੀ ਹੀ ਸੇਵਾ ਕਮਾਉਂਦਾ। ਉਹਦੀ ਅਸਲ ਸੇਵਾ ਕੀ ਹੈ? ਉਸ ਦੇ ਹੁਕਮ ਵਿੱਚ ਰਾਜ਼ੀ ਰਹਿਣਾ, ਉਸ ਦੇ ਗੁਣਾਂ ਨੂੰ ਜੀਵਨ ਦਾ ਆਧਾਰ ਮੰਨਣਾ ਤੇ ਉਸ ਨੂੰ ਉਸ ਦੀ ਖਲਕਤ, ਉਸ ਦੀ ਰਿਆਇਆ ਦੇ ਵਿੱਚ ਤੱਕਣਾ, ਜੈਸਾ ਸਾਨੂੰ ਸਤਿਗੁਰੂ ਨੇ ਬਾਰ-ਬਾਰ ਬਾਣੀ ਵਿੱਚ ਤਾਕੀਦ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।